ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤਿਨਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਸਾਧ ਸੰਗਤ ਜੀ ਕਹਿੰਦੇ ਨੇ ਮਾਤਾ ਗੰਗਾ ਜੀ ਨੂੰ ਬਾਬਾ ਪਿਰਥੀ ਚੰਦ ਦੀ ਪਤਨੀ ਕਈ ਤਰ੍ਹਾਂ ਦੇ ਤਾਨੇ ਮਿਹਣੇ ਮਾਰਦੀ ਕਿ ਤੇਰੇ ਘਰ ਦੇ ਵਿੱਚ ਔਲਾਦ ਨਹੀਂ ਹੈ। ਇੱਦਾਂ ਦੇ ਕਈ ਤਰ੍ਹਾਂ ਦੇ ਆਪ ਜੀ ਨੂੰ ਪਤਾ ਹੀ ਹੈ, ਜਦੋਂ ਨਾ ਘਰ ਦੇ ਵਿੱਚ ਔਲਾਦ ਹੋਵੇ ਲੋਕ ਗੱਲਾਂ ਕਰਦੇ ਆ ਲਾ ਲਾ ਕੇ। ਅਤੇ ਮਾਤਾ ਗੰਗਾ ਜੀ ਨੂੰ ਵੀ ਪਿਰਥੀ ਚੰਦ ਜੀ ਪਤਨੀ ਨੇ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਣੀਆਂ। ਕਹਿੰਦੇ ਮਾਤਾ ਗੰਗਾ ਜੀ ਨੇ ਫਿਰ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਤੁਸੀਂ ਕਿਰਪਾ ਕਰੋ, ਇਹ ਜਿਹੜੇ ਤਾਨੇ ਮਿਹਣੇ ਜਿਹੜੇ ਸੁਣੇ ਨਹੀਂ ਜਾਂਦੇ, ਹੁਣ ਸ਼ਰੀਕ ਜਿਹੜੇ ਤਾਨੇ ਮਾਰਦੇ ਆ ਗੁਰੂ ਸਾਹਿਬ ਜੀ ਸੁਣ ਨਹੀਂ ਜਾਂਦੇ, ਰਹਿਮਤ ਕਰੋ ਤਾਂ ਜੋ ਔਲਾਦ ਦਾ ਸੁੱਖ ਮਿਲ ਜਾਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਜੇਕਰ ਔਲਾਦ ਦਾ ਸੁੱਖ ਚਾਹੀਦਾ ਤੇ ਇਹ ਦਾਤ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਜਾ ਕੇ ਮੰਗੋ। ਬੇਸ਼ੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਰਵ ਕਲਾ ਸਮਰੱਥਿਆ, ਸਾਰੀਆਂ ਦਾਤਾਂ ਗੁਰੂ ਸਾਹਿਬ ਦੇ ਹੱਥ ਵਿੱਚ ਆ। ਬਾਣੀ ਵਿੱਚ ਆਉਂਦਾ ਸ਼ਬਦ ਗੁਰੂ ਸਾਹਿਬ ਕਹਿੰਦੇ, ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਦਾਤੇ ਨੇ ਆਪਣੇ ਹੱਥਾਂ ਵਿੱਚ ਇਹ ਦਾਤ ਰੱਖੀ ਹੋਈ ਹੈ। ਜਾਂ ਆਪਾਂ ਰਹਿ ਰਾਸ ਦੇ ਵਿੱਚ ਪੜ੍ਹਦੇ ਹਾਂ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਕਹਿੰਦੇ ਉਹਨੇ ਤਲੀ ਦੇ ਉੱਪਰ ਰੱਖੀਆਂ ਹੋਈਆਂ ਨੇ ਸਾਰੀਆਂ ਰਿੱਧੀਆਂ ਸਿੱਧੀਆਂ ਨਿਧਾਨ, ਜਿਹੜੇ ਖਜ਼ਾਨੇ ਨੇ ਨਾ, ਉਹਨੇ ਤਲੀ ਦੇ ਉੱਪਰ ਰੱਖੇ ਹੋਏ ਨੇ ਆਪਣੇ ਭਗਤਾਂ ਦੇ ਪਿਆਰਿਆਂ ਦੇ ਵਾਸਤੇ। ਜਿਹੜਾ ਨਾਮ ਦੀ ਕਮਾਈ ਕਰੇਗਾ ਉਹਨਾਂ ਦੇ ਵਾਸਤੇ ਇੱਦਾਂ ਤਲੀ ਕਰ ਦਿੰਦਾ ਕਿ ਜੋ ਚਾਹੀਦਾ ਲੈ ਲੈ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਰਵ ਕਲਾ ਸਮਰੱਥ ਨੇ, ਪਰ ਗੁਰੂ ਸਾਹਿਬ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਉਸ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਵਡਿਆਈ ਬਖਸ਼ਿਸ਼ ਕਰਨੀ ਸੀ ਅਤੇ ਕਹਿ ਦਿੱਤਾ ਮਾਤਾ ਗੰਗਾ ਜੀ ਨੂੰ ਕਿ ਜੇਕਰ ਦਾਤ ਚਾਹੀਦੀ ਹੈ ਤੇ ਬਾਬਾ ਬੁੱਢਾ ਸਾਹਿਬ ਕੋਲ ਜਾਓ, ਉਹਨਾਂ ਦੇ ਕੋਲ ਬੇਨਤੀ ਕਰੋ। ਕਹਿੰਦੇ ਮਾਤਾ ਗੰਗਾ ਜੀ ਕੁਝ ਆਪਣੇ ਸੇਵਕਾਵਾਂ ਨੂੰ ਨਾਲ ਲੈ ਕੇ ਰਥਾਂ ਦੇ ਉੱਪਰ ਚੜ੍ਹ ਕੇ ਕਈ ਤਰ੍ਹਾਂ ਦੇ ਉਪਹਾਰ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਸੇਵਾ ਸਿਮਰਨ ਕਰਿਆ ਕਰਦੇ ਸੀ, ਉਧਰ ਨੂੰ ਚਲੇ ਗਏ। ਬੜੀ ਤੇਜ਼ੀ ਦੇ ਨਾਲ ਇਹ ਰੱਥ ਘੋੜਿਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਪਰ ਜਦੋਂ ਉੱਥੇ ਪਹੁੰਚੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ, ਸਾਰੀ ਬੇਨਤੀ ਕੀਤੀ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਾਤਾ ਜੀ ਇਹ ਦਾਤ ਜਿਹੜੀ ਹੈ ਤੇ ਸਤਿਗੁਰਾਂ ਨੇ ਤੁਹਾਨੂੰ ਦੇਣੀ ਹੈ। ਮੈਂ ਤੇ ਗੁਰੂ ਘਰ ਦਾ ਇੱਕ ਘਾਹੀ ਸਿੱਖ ਹਾਂ, ਨਿਮਾਣਾ ਜਿਹਾ ਸਿੱਖ ਹਾਂ। ਮੈਂ ਤੇ ਆਪ ਗੁਰੂ ਘਰ ਦਾ ਕੂਕਰ ਹਾਂ, ਉੱਥੋਂ ਮੰਗ ਮੰਗ ਕੇ ਖਾਨਾ। ਵੇਖੋ ਸਾਧ ਸੰਗਤ ਜੀ, 5 ਗੁਰੂ ਸਾਹਿਬਾਨਾਂ ਤੱਕ ਸੇਵਾ ਕਰ ਚੁੱਕੇ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅਜੇ ਵੀ ਸੇਵਾ ਕਰ ਰਹੇ ਨੇ। ਕਿਤੇ ਵੀ ਇਤਿਹਾਸ ਦੇ ਵਿੱਚ ਆਹ ਗੱਲ ਨਹੀਂ ਸੁਣਨ ਨੂੰ ਮਿਲੇਗੀ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਹਉਮੈ ਆਈ ਹੋਵੇ, ਕਿਤੇ ਉਹਨਾਂ ਨੇ ਕੋਈ ਮੰਗ ਕੀਤੀ ਹੋਵੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਜਾਂ ਕਦੇ ਮਨ ਵਿੱਚ ਇਹ ਖਿਆਲ ਆਇਆ ਹੋਵੇ, ਸਤਿਗੁਰੂ ਇੰਨੇ ਸਾਲ ਹੋ ਗਏ ਤੁਹਾਡੀ ਸੇਵਾ ਕਰਦਿਆਂ ਨੂੰ, ਮੈਨੂੰ ਗੁਰਤਾ ਗੱਦੀ ਦੇ ਦਿਓ। ਕੋਈ ਵੀ ਇੱਦਾਂ ਦਾ ਖਿਆਲ ਨਹੀਂ। ਕਿਉਂ? ਗੁਰੂ ਸਾਹਿਬ ਕਿਰਪਾ ਕਰਨ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਜਿਹਨੇ ਸਾਰੀਆਂ ਭੁੱਖਾਂ ਮਿਟਾ ਦਿੱਤੀਆਂ। ਤੇ ਯਾਦ ਰੱਖੋ ਸਾਧ ਸੰਗਤ ਜੀ, ਇਹ ਗੁਰਤਾ ਗੱਦੀ ਮੰਗਣ ਵਾਲੇ ਨੂੰ ਤੇ ਮਿਲੇ ਨਹੀਂ, ਇਹ ਸਤਿਗੁਰੂ ਨੇ ਇਹ ਦਾਤ ਦਿੱਤੇ ਹੀ ਉਹਨੂੰ, ਜਿਹੜਾ ਕਦੇ ਸੋਚਦਾ ਵੀ ਨਹੀਂ ਸੀ ਕਿ ਦਾਤ ਉਹਨੂੰ ਮਿਲੇਗੀ। ਆਪਣੇ ਸੇਵਕਾਂ ਨੂੰ ਭਾਂਡਾ ਗੁਰੂ ਸਾਹਿਬ ਵੇਖਦੇ ਸਨ, ਅਤੇ ਬਾਬਾ ਬੁੱਢਾ ਸਾਹਿਬ ਜੀ ਵੀ ਕਦੇ ਕਹਿੰਦੇ ਮਨ ਵਿੱਚ ਖਿਆਲ ਲਿਆਂਦਾ ਹੀ ਨਹੀਂ ਕਦੇ ਇਸ ਬਾਰੇ ਵਿੱਚ।
ਇੰਨੀ ਨਿਮਰਤਾ ਦੇ ਨਾਲ, ਸਤਿਕਾਰ ਦੇ ਨਾਲ ਸਤਿਗੁਰੂ ਦੇ ਘਰ ਦੀ ਸੇਵਾ ਕਰਦੇ ਰਹੇ। ਤੇ ਅੱਜ ਵੀ ਜੇ ਗੁਰੂ ਸਾਹਿਬ ਵਡਿਆਈ ਦੇਣ ਲੱਗੇ ਨੇ ਤੇ ਕਹਿ ਰਹੇ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਜਾਓ, ਉਹਨਾਂ ਦੇ ਕੋਲੋਂ ਇਹ ਦਾਤ ਮੰਗੋ। ਵਾਪਸ ਗਏ, ਮਾਤਾ ਗੰਗਾ ਜੀ ਆਖਿਆ ਸਤਿਗੁਰੂ ਜੀ, ਹੇ ਪਤੀ ਪਰਮੇਸ਼ਵਰ, ਤੁਸੀਂ ਉੱਥੇ ਭੇਜਿਆ ਬਾਬਾ ਬੁੱਢਾ ਜੀ ਦੇ ਕੋਲ, ਉਹਨਾਂ ਤੁਹਾਡੇ ਤੋਂ ਵਾਪਸ ਭੇਜ ਦਿੱਤਾ। ਗੁਰੂ ਸਾਹਿਬ ਕਹਿਣ ਲੱਗੇ ਦੱਸੋ ਗਏ ਕਿਵੇਂ ਸੀ? ਕਹਿਣ ਲੱਗੇ ਦਾਸੀਆਂ ਨਾਲ ਸਨ, ਰੱਥ ਦੇ ਉੱਪਰ ਚੜ੍ਹ ਕੇ ਗਏ ਸਾਂ ਘੋੜਿਆਂ ਦੇ ਸਮੇਤ, ਉਹ ਬੜੇ ਉਪਹਾਰ ਲੈ ਕੇ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਜਦੋਂ ਕਿਸੇ ਤੋਂ ਕੁਝ ਮੰਗਣਾ ਹੋਵੇ ਨਾ ਤੇ ਨੀਵੇਂ ਹੋ ਕੇ ਮੰਗੀਦਾ। ਜਦੋਂ ਕਿਸੇ ਤੋਂ ਕੁਝ ਮੰਗਣਾ ਹੋਵੇ ਤੇ ਨੀਵੇਂ ਹੋ ਕੇ ਮੰਗੀਦਾ। ਇੱਕ ਪੁਰਾਣਕ ਕਥਾ ਵੀ ਮਿਲਦੀ ਹੈ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਦੀ ਵੀ। ਕਹਿੰਦੇ ਜਦੋਂ ਰਾਵਣ ਮਰਨ ਲੱਗਾ ਸੀ, ਸਵਾਸ ਉਹਦੇ ਅੰਤਿਮ ਨਿਕਲਣ ਲੱਗੇ ਸਨ, ਤੇ ਉਹਨੇ ਲਕਸ਼ਮਣ ਨੂੰ ਆਖਿਆ ਸੀ ਲਕਸ਼ਮਣ ਜਾ, ਰਾਵਣ 4 ਵੇਦਾਂ ਦਾ ਬਗਤਾ ਸੀ, ਉਹਦੇ ਤੋਂ ਕੋਈ ਸਿੱਖਿਆ ਲੈ ਲੈ, ਉਹਨੂੰ ਕਹਿ ਕੋਈ ਆਪਣੇ ਜੀਵਨ ਦੀ ਕੋਈ ਵਧੀਆ ਜੀ ਸਿੱਖਿਆ ਆਪਣੇ ਜੀਵਨ ਦੇ ਵਿੱਚੋਂ ਜੋ ਤੈਨੂੰ ਮਿਲੀ ਹੈ ਦੇ ਦੇ। ਕਹਿੰਦੇ ਜਦੋਂ ਲਕਸ਼ਮਣ ਗਿਆ ਤੇ ਕੁਝ ਨਹੀਂ ਸੀ ਰਾਵਣ ਬੋਲਿਆ। ਫਿਰ ਵਾਪਸ ਆਇਆ ਸੀ ਤੇ ਰਾਮਚੰਦਰ ਨੇ ਆਖਿਆ ਸੀ ਨੀਵੇਂ ਹੋ ਕੇ ਜਾਈਦਾ, ਸਿਰ ਵਾਲੇ ਪਾਸੇ ਨਹੀਂ ਪੈਰਾਂ ਵਾਲੇ ਪਾਸੇ ਖੜੇ ਹੋ, ਜਾ ਕੇ ਚਰਨਾਂ ਵੱਲ ਖੜਾ ਹੋ। ਭਾਵ ਕਹਿਣ ਦਾ ਕਿ ਜਦੋਂ ਵੀ ਕਿਤੋਂ ਕੁਝ ਲੈਣਾ ਆ, ਇਹ ਸੁਣੇ ਆ ਵਿਚਾਰ ਮੈਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਜੇਕਰ ਜਾਣਾ ਆ, ਉਹਨਾਂ ਦੇ ਕੋਲੋਂ ਦਾਤ ਮੰਗਣੀ ਹੈ ਤੇ ਗੁਰੂ ਘਰ ਦੇ ਮਹਿਲ ਬਣ ਕੇ ਨਹੀਂ ਜਾਣਾ, ਗੁਰੂ ਕੇ ਮਹਿਲ ਬਣ ਕੇ ਜਾਂ ਵੱਡਿਆਂ ਬਣ ਕੇ ਨਹੀਂ ਜਾਈਦਾ, ਨਿਮਰਤਾ ਧਾਰਨ ਕਰਕੇ ਜਾਓ। ਫਿਰ ਕਹਿੰਦੇ ਨੇ ਮਾਤਾ ਗੰਗਾ ਜੀ ਨੇ ਦਾਸੀਆਂ ਨੂੰ ਨਾਲ ਨਹੀਂ ਸੀ ਲਿਆ, ਮਿੱਸੇ ਪ੍ਰਸਾਦੇ ਪਕਾ ਕੇ ਨਾਲ ਲੱਸੀ ਜਿਹੜੀ ਆ ਲੈ ਕੇ ਗਏ ਸਨ। ਤੇ ਰੱਬ ਵੱਲੋਂ ਹੀ ਕਹਿੰਦੇ ਉਧਰੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਉਦੋਂ ਭੁੱਖ ਵੀ ਲੱਗੀ ਹੋਈ ਸੀ। ਜਿਵੇਂ ਹੀ ਮਾਤਾ ਜੀ ਉੱਥੇ ਪਹੁੰਚੇ ਤੇ ਮੰਗਿਆ ਨਹੀਂ ਕੁਝ ਵੀ, ਅੱਜ ਮੰਗਿਆ ਨਹੀਂ ਕੁਝ ਵੀ, ਉਹ ਪ੍ਰਸਾਦਾ ਤੇ ਲੱਸੀ ਜਦੋਂ ਲੈ ਕੇ ਜਾ ਰਹੇ, ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਾਤਾ ਜੀ ਤੁਸੀਂ ਪ੍ਰਸਾਦਾ ਲੈ ਕੇ ਆਏ ਹੋ, ਅੱਜ ਮੈਨੂੰ ਭੁੱਖ ਬੜੀ ਲੱਗੀ ਹੋਈ ਸੀ। ਉਹ ਜਿਵੇਂ ਹੀ ਕਹਿੰਦੇ ਪ੍ਰਸਾਦਾ ਛਕਣ ਵਾਸਤੇ ਖੋਲ੍ਹਿਆ ਪ੍ਰਸਾਦਾ, ਤੇ ਵਿੱਚ ਸਾਧ ਸੰਗਤ ਜੀ ਇੱਕ ਗੰਢਾ ਵੀ ਪਿਆ ਏ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਬਿਨਾਂ ਮੰਗਿਆ ਹੀ ਕੁਝ, ਕਿ ਬਿਨਾਂ ਮਾਤਾ ਗੰਗਾ ਦੇ ਕੁਝ ਬੋਲਿਆ ਹੀ ਜ਼ੋਰ ਦੇ ਨਾਲ ਕਹਿੰਦੇ ਮੁੱਕੀ ਮਾਰੀ ਉਸ ਗੰਢੇ ਦੇ ਉੱਪਰ, ਗੰਢਾ ਭੰਨ ਦਿੱਤਾ ਤੇ ਬਚਨ ਕੀਤੇ ਸਹਿਜ ਸੁਭਾਅ, ਕਹਿਣ ਲੱਗੇ ਮਾਤਾ ਗੰਗਾ ਜੀ ਤੁਹਾਡੇ ਘਰ ਦੇ ਵਿੱਚ ਐਸਾ ਯੋਧਾ ਬਲੀ ਸੂਰਮਾ ਪੈਦਾ ਹੋਵੇਗਾ ਕਿ ਜਿਵੇਂ ਅਸੀਂ ਆ ਮੁੱਕਾ ਮਾਰ ਕੇ ਗੰਢੇ ਦਾ ਸਿਰ ਭੰਨਿਆ, ਗੰਢਾ ਭੰਨਿਆ ਨਾ, ਇੱਦਾਂ ਉਹ ਯੋਧਾ ਉਹ ਬਲੀ ਸੂਰਮਾ ਜ਼ਾਲਮਾਂ ਦੇ ਸਿਰ ਭੰਨਿਆ ਕਰੇਗਾ। ਇੱਦਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ। ਤੇ ਆਪਾਂ ਹੁਣੇ ਪੜ੍ਹਿਆ ਸਾਧ ਸੰਗਤ ਜੀ ਕਿ 5 ਪਿਆਲੇ 5 ਪੀਰ। 5 ਪੀਰ ਕਿਹੜੇ? ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ। 6ਵਾਂ ਪੀਰ ਬੈਠਾ ਗੁਰ ਭਾਰੇ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ। ਤੇ ਬਚਨ ਆਉਂਦਾ ਭਾਈ ਗੁਰਦਾਸ ਜੀ ਕਹਿੰਦੇ ਚੱਲੀ ਪੀੜ੍ਹੀ ਸੋਢੀਆਂ। ਇਹ ਤੋਂ ਪਹਿਲਾਂ ਕਹਿੰਦੇ ਨੇ ਦਲ ਭੰਜਨ ਗੁਰ ਸੂਰਮਾ, ਜਿਹੜੇ ਜ਼ੁਲਮ ਕਰਨ ਵਾਲੇ ਉਹਨਾਂ ਦੇ ਵੱਡੇ ਵੱਡੇ ਦਲਾਂ ਨੂੰ ਭੰਨਣ ਵਾਲੇ। ਗੁਰ ਸੂਰਮਾ ਬੜਾ ਵੱਡਾ ਗੁਰੂ ਸੂਰਮਾ, ਵੱਡ ਯੋਧਾ ਵੱਡਾ ਯੋਧਾ, ਤੇ ਬਹੁ ਪਰਉਪਕਾਰੀ ਬੜੇ ਪਰਉਪਕਾਰ ਕਰਨ ਵਾਲਾ ਸਤਿਗੁਰੂ। ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਭਾਈ ਗੁਰਦਾਸ ਜੀ ਨੇ ਆਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਡੇ ਯੋਧੇ ਨੇ ਤੇ ਪਰਉਪਕਾਰ ਕਰਨ ਵਾਲੇ, ਜ਼ਾਲਮਾਂ ਦਾ ਸਿਰ ਭੰਨਣ ਵਾਲੇ ਨੇ। ਤੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਇਹ ਬਚਨ ਕੀਤੇ ਸਨ ਤੇ ਉਹ ਬਚਨ ਪੂਰੇ ਹੋਏ ਨੇ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਕਹਿੰਦੇ ਨੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗੁਰਤਾ ਗੱਦੀ ਤੇ ਸੁਭਾਈਮਾਨ ਹੋਏ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨਾਈਆਂ ਸੀ ਗੁਰੂ ਸਾਹਿਬ ਨੂੰ, ਕਿ ਇੱਕ ਭਗਤੀ ਵਾਸਤੇ ਤੇ ਦੂਜੀ ਸ਼ਕਤੀ ਵਾਸਤੇ। ਸਾਧ ਸੰਗਤ ਜੀ ਜਿੱਥੇ ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ
ਪ੍ਰਕਾਸ਼ ਦਿਹਾੜਾ, ਉੱਥੇ ਨਾਲ ਅੱਜ ਬੜਾ ਵੱਡਾ ਇੱਕ ਦੁਖਾਂਤ ਦੀ ਅੱਜ ਦੇ ਦਿਨ ਘਟਨਾ ਵਾਪਰੀ ਸੀ। ਸਾਡੀ ਕੌਮ ਦੇ ਹੀਰੇ, ਬਚਨਾਂ ਦੇ, ਕਹਿਣੀ ਦੇ, ਕਰਨੀ ਦੇ ਸੂਰੇ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਸ਼ਹੀਦੀ ਹੋਈ ਅੱਜ ਦੇ ਦਿਨ। ਸਾਧ ਸੰਗਤ ਜੀ, ਜਿਹੜੇ ਸੰਤ ਹੁੰਦੇ ਆ ਉਹ ਪਰਉਪਕਾਰੀ ਹੁੰਦੇ ਨੇ, ਆਪਣੇ ਲਈ ਨਹੀਂ ਕੁਝ ਕਰਦੇ। ਉਹਨਾਂ ਜੋ ਵੀ ਕਰਨਾ ਆ ਦੁਨੀਆ ਦੇ ਭਲੇ ਵਾਸਤੇ ਕਰਨਾ ਹੁੰਦਾ। ਉਹਨਾਂ ਦੀ ਸ਼ਹੀਦੀ ਨੂੰ ਦਬਾਇਆ ਗਿਆ। ਜਦੋਂ ਸ਼ਹੀਦ ਹੋ ਗਏ, ਸ਼ਹੀਦੀ ਲੁਕਾ ਲਈ ਗਈ। ਕਹਿੰਦੇ ਸ਼ਹੀਦ ਨਹੀਂ ਹੋਏ, ਉਹ ਕਿਸੇ ਪਾਸੇ ਨਿਕਲ ਗਏ ਨੇ, ਬਾਅਦ ਵਿੱਚ ਆਉਣਗੇ। ਮੀਡੀਆ ਦੇ ਰਾਹੀਂ, ਸਰਕਾਰਾਂ ਦੇ ਰਾਹੀਂ ਇਹ ਅਫਵਾਹਾਂ ਉਡਾ ਦਿੱਤੀਆਂ ਕਿ ਸੰਤ ਸ਼ਹੀਦ ਨਹੀਂ ਹੋਏ। ਸਾਧ ਸੰਗਤ ਜੀ, ਇੱਥੇ ਬਸ ਨਹੀਂ। ਫਿਰ ਉਹਨਾਂ ਨੂੰ ਆਖਿਆ ਗਿਆ ਜੀ ਕਾਂਗਰਸ ਦੇ ਬੰਦੇ ਨੇ, ਇਲਜ਼ਾਮ ਕਈ ਤਰ੍ਹਾਂ ਦੇ ਲਾਏ ਗਏ। ਇਹ ਸਰਕਾਰੀ ਬੰਦੇ ਸਨ, ਇੱਦਾਂ ਦੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਗਏ। ਪਰ ਉਹ ਗੁਰੂ ਦਾ ਸਿੱਖ, ਗੁਰੂ ਦਾ ਸਿੰਘ, ਸਾਧ ਸੰਗਤ ਜੀ, ਗੁਰੂ ਦਾ ਪੁੱਤਰ ਡੋਲਿਆ ਨਹੀਂ। ਡੁਲਾਉਣ ਵਾਸਤੇ ਬੜੇ ਜ਼ੋਰ ਲਾਏ ਗਏ, ਬੜੇ ਲਾਲਚਾਂ ਦੇ ਢੇਰ ਲਾ ਦਿੱਤੇ ਸੀ ਸਰਕਾਰਾਂ ਨੇ। ਕਰੋੜਾਂ ਰੁਪਈਆ ਉਸ ਸਮੇਂ 84 ਦੇ ਵਿੱਚ ਇਹਨਾਂ ਨੂੰ ਦੇਣ ਲਈ ਤਿਆਰ ਸੀ ਸਰਕਾਰ ਕਿ ਮੋਰਚਾ ਬੰਦ ਕਰ ਦਿਓ। ਕਿਹੜਾ ਮੋਰਚਾ? ਜਿਹੜਾ ਹੱਕਾਂ ਦੇ ਵਾਸਤੇ ਸੀ ਕਿ ਹੱਕ ਦਿੱਤੇ ਜਾਣ। ਤੇ ਗੁਰੂ ਸਾਹਿਬ ਤੇ ਕਹਿੰਦੇ ਨੇ ਆਪਣਾ ਹੱਕ ਛੱਡਿਆ ਨਾ ਕਰੋ ਤੇ ਦੂਜੇ ਦਾ ਖੋਇਆ ਨਾ ਕਰੋ। ਹੱਕ ਜਿਹੜਾ ਆ ਗੁਰੂ ਸਾਹਿਬ ਕਹਿੰਦੇ ਲੈਣਾ ਚਾਹੀਦਾ, ਤੇ ਹੱਕਾਂ ਦੀ ਖਾਤਰ ਲੜਦੇ ਸਨ। ਹੁਣ ਜੇ ਇੱਥੋਂ ਦਾ ਪੰਜਾਬ ਦੀ ਧਰਤੀ ਦਾ ਪਾਣੀ ਜਿਹੜਾ ਬਾਹਰਲੇ ਰਾਜਾਂ ਵਿੱਚ ਭੇਜਿਆ ਜਾ ਰਿਹਾ ਸੀ ਫ੍ਰੀ ਦੇ ਵਿੱਚ, ਤੇ ਮਗਰੋਂ ਸਿਰਫ ਆਪਣਾ ਸਾਰਾ ਪੰਜਾਬ ਜਿਹੜਾ ਖੇਤੀਬਾੜੀ 'ਤੇ ਜਿੰਦਾ ਹੈ, ਅਤੇ ਜੇ ਪਾਣੀ ਮੁੱਕ ਜਾਂਦਾ ਫਿਰ ਇੱਥੋਂ ਦੇ ਲੋਕਾਂ ਦਾ ਹਾਲ ਬੁਰਾ ਹੋ ਜਾਣਾ ਸੀ। ਇਹੀ ਜੇ ਮੁੱਲ ਪਾਣੀ ਦਿੱਤਾ ਜਾਵੇ, ਥੋੜ੍ਹੀ ਬਹੁਤੀ ਉਹਦੀ ਕੀਮਤ ਤੈਅ ਕੀਤੀ ਜਾਵੇ। ਵੈਸੇ ਮੈਂ ਸੁਣਿਆ ਕਹਿੰਦੇ ਨੇ ਕਿ 1 ਸਕਿੰਟ 1 ਮਿੰਟ ਦੇ ਵਿੱਚ ਇੰਨਾ ਪਾਣੀ ਜਾਂਦਾ ਪਿਆ ਇਸ ਸਮੇਂ ਵੀ, ਜਿਹਦੀ ਕੀਮਤ ਜਿਹੜੀ ਕਰੋੜਾਂ ਰੁਪਈਆ, ਇੰਨਾ ਪਾਣੀ ਇਸ ਟਾਈਮ ਜਾ ਰਿਹਾ। ਅਤੇ ਉਹ ਕਹਿੰਦੇ ਸਨ ਇਹਦੀ ਕੋਈ ਕੀਮਤ ਤੈਅ ਕੀਤੀ ਜਾਵੇ, ਇੱਦਾਂ ਫਰੀ ਨਾ ਦਿੱਤਾ ਜਾਵੇ ਕਿ ਕੱਲ੍ਹ ਨੂੰ ਕਿਤੇ ਇੱਥੇ ਰੁਜ਼ਗਾਰ ਨਾ ਰਿਹਾ, ਅਤੇ ਜਿਹੜੇ ਨੌਜਵਾਨ ਨੇ ਇੱਥੋਂ ਦੇ ਪੰਜਾਬ ਦੇ, ਉਹਨਾਂ ਰੁਜ਼ਗਾਰ ਲੱਭਣ ਲਈ ਵਿਦੇਸ਼ਾਂ ਵਿੱਚ ਜਾਣਾ, ਅਤੇ ਜਦੋਂ ਵਿਦੇਸ਼ਾਂ ਵਿੱਚ ਗਏ ਉੱਥੋਂ ਦੇ ਉਹਨਾਂ ਨੇ ਤੌਰ ਤਰੀਕੇ ਲੱਭ ਲੈਣੇ, ਉੱਥੋਂ ਦਾ ਸਾਰਾ ਕੁਝ ਅਪਣਾ ਲੈਣਾ ਆ, ਅਤੇ ਉਹਨਾਂ ਨੇ ਸਿੱਖੀ ਦੇ ਨਾਲੋਂ ਦੂਰ ਹੋ ਜਾਣਾ। ਉਹਨਾਂ ਦੀ ਜਿਹੜੀ ਦ੍ਰਿਸ਼ਟੀ ਸੀ ਬੜੀ ਦੂਰ ਦੀ ਸੋਚ ਸੀ ਰੱਖਦੀ। ਉਹ ਸੋਚਦੇ ਸਨ ਬੜੀ ਦੂਰ ਦੀ ਲੰਬੀ ਸੋਚਦੇ ਸਨ। ਅਤੇ ਸ਼ਹਾਦਤਾਂ ਵੀ ਸਾਧ ਸੰਗਤ ਇੱਦਾਂ ਹੀ ਨਹੀਂ ਹੋ ਜਾਂਦੀਆਂ। ਜੇਕਰ ਉਹਨਾਂ ਦੇ ਇਤਿਹਾਸ ਪੜ੍ਹਦੇ ਹਾਂ ਤਾਂ ਕਹਿੰਦੇ ਨੇ 101 ਪਾਠ ਰੋਜ਼ ਦਾ ਜਪਜੀ ਸਾਹਿਬ ਦਾ ਕਰਦੇ ਸੀ, ਹੱਲ ਵਗੈਰਾ ਫੇਰਦੇ ਆ, ਹੱਥੀਂ ਕਿਰਤ ਵੀ ਕਰਦੇ ਸੀ। 101 ਪਾਠ ਜਪਜੀ ਸਾਹਿਬ ਦਾ ਸਾਡੇ ਤੋਂ ਇੱਕ ਵੀ ਨਹੀਂ ਹੁੰਦਾ। ਐਵੇਂ ਨਹੀਂ ਇਹ ਕੁਰਬਾਨੀਆਂ ਹੋ ਜਾਂਦੀਆਂ। ਬੜਾ ਸਾਧ ਸੰਗਤ ਜੀ ਤਪ ਕੀਤਾ ਹੋਵੇ ਤੇ ਤਾਂ ਇਹ ਸ਼ਹਾਦਤਾਂ ਜਿਹੜੀਆਂ ਨੇ ਹੁੰਦੀਆਂ ਨੇ। ਬੜਾ ਉਦੋਂ ਜ਼ੋਰ ਲੱਗਾ ਕਿ ਉਹਨਾਂ ਦੀ ਸ਼ਹਾਦਤ ਨੂੰ ਦਬਾ ਦਿੱਤਾ ਜਾਵੇ, ਜਾਂ ਉਹਨਾਂ ਦਾ ਜੋ ਕਰੈਕਟਰ ਸੀ ਉਹਨੂੰ ਦਬਾ ਦਿੱਤਾ ਜਾਵੇ, ਉਹਨਾਂ ਨੂੰ ਕੁਝ ਹੋਰ ਹੀ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰ ਦਈਏ, ਅੱਤਵਾਦੀ ਬਣਾ ਕੇ ਪੇਸ਼ ਕਰ ਦਿੱਤਾ ਜੀ ਉਸ ਸਮੇਂ। ਅੱਜ ਵੀ ਕਈ ਲੋਕ ਜਿਹੜੇ ਅਣਜਾਣਪੁਣੇ ਦੇ ਵਿੱਚ ਕਹਿੰਦੇ ਨੇ ਉਹਨਾਂ ਨੂੰ ਇੱਦਾਂ, ਪਰ ਸਾਧ ਸੰਗਤ ਜੀ ਉਹ ਕਹਿੰਦੇ ਸੀ ਜਿਹੜਾ ਹਿੰਦੂ ਹੈ, ਜੇਕਰ ਉਹ ਆਪਣੇ ਕਹਿਣੇ ਕਰਨੀ ਦੇ ਵਿੱਚ ਪੂਰਾ ਆ, ਆਪਣੇ ਧਰਮ ਦੇ ਵਿੱਚ ਸਹੀ ਰਹਿੰਦਾ ਆ, ਉਹ ਸਾਡਾ ਭਰਾ ਆ। ਜੇਕਰ ਕੋਈ ਮੁਸਲਮਾਨ ਆ, ਉਹ ਆਪਣੇ ਧਰਮ ਦੇ ਵਿੱਚ ਸਹੀ ਚੱਲਦਾ, ਸਹੀ ਰਾਹ 'ਤੇ ਚੱਲਦਾ, ਅਤੇ ਉਹ ਵੀ ਸਾਡਾ ਵੀਰ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਵਿਤਕਰਾ ਉਹਨਾਂ ਦਾ ਕਿਸੇ ਨਾਲ ਨਹੀਂ ਸੀ। ਬਲਕਿ ਜੇਕਰ ਉਹਨਾਂ ਨੇ ਮੋਰਚਾ ਲਾਇਆ ਸੀ ਤੇ ਬੜੇ ਤਸ਼ੱਦਦ ਸਹਿ ਰਹੇ ਸੀ ਸਿੱਖ ਕੌਮ ਜਿਹੜੀ, ਬੜਾ ਧੱਕਾ ਕੀਤਾ ਜਾ ਰਿਹਾ ਸੀ ਸਾਡੀ ਕੌਮ ਦੇ ਨਾਲ, ਜਿਸ ਵਜ੍ਹਾ ਕਰਕੇ ਉਹਨਾਂ ਨੂੰ ਇਹ ਮੋਰਚਾ ਲਾਉਣਾ ਪਿਆ। ਸੰਨ 78 ਤੋਂ ਸਾਧ ਸੰਗਤ ਜੀ ਸਾਰਾ ਕੁਝ ਸ਼ੁਰੂ ਹੋ ਗਿਆ ਸੀ, ਅਤੇ ਉਹ ਤੋਂ ਲੈ ਕੇ ਕਦੇ ਕਿਸੇ ਕੋਰਟ ਦੇ ਵਿੱਚ ਜਾ ਕੇ ਕੇਸ ਦਰਜ ਕਰਾਈਏ, ਕਦੇ ਕਿਤੇ ਜਾ ਕੇ ਕਈ ਹਾਈ ਕੋਰਟ ਤੱਕ ਜਾ ਕੇ ਅਪੀਲਾਂ ਕਰੀਏ ਸਾਨੂੰ ਹੱਕ ਦਿੱਤੇ ਜਾਣ। ਪਰ ਕੁਲ ਕਲਗੀਆਂ ਵਾਲੇ ਪਾਤਸ਼ਾਹ ਜੀ ਤੇ ਕਹਿੰਦੇ ਨੇ
ਕੋਈ ਕਿਸੇ ਕੋ ਰਾਜ ਨਾ ਦੇ ਹੈ, ਕੋਈ ਕਿਸੇ ਨੂੰ ਰਾਜ ਨਹੀਂ ਜੇ ਦਿੰਦਾ। ਜੋ ਲੈ ਹੈ ਨਿਜ ਬਲ ਸੇ ਲੈ ਹੈ, ਜਿੰਨੇ ਵੀ ਲੈਣਾ ਭਾਈ ਆਪਣੀ ਸ਼ਕਤੀ ਆਪਣੀ ਬਲ ਦੇ ਨਾਲ ਲਵੇ। ਕੋਈ ਇੱਦਾਂ ਨਹੀਂ ਜੇ ਰਾਜ ਦਿੰਦਾ। ਅਤੇ ਸਾਧ ਸੰਗਤ ਜੀ ਉਦੋਂ ਸੰਤਾਂ ਦੇ ਸਮੇਂ ਬੜਾ ਤਰੀਕਿਆਂ ਨਾਲ ਮੰਗ ਕੇ ਵੇਖੀਏ, ਹੱਕ ਮੰਗ ਕੇ ਵੇਖੇ, ਅਤੇ ਹੱਕ ਮੰਗਣਾ ਫਰਜ਼ ਆ। ਹੁਣ ਜੇ ਮੰਨ ਲਓ ਕਿਸੇ ਬੰਦੇ ਨੇ ਕਿਸੇ ਦੇ ਥੱਲੇ ਕੋਈ ਦਿਹਾੜੀ ਕੀਤੀ ਹੈ, ਸ਼ਾਮ ਨੂੰ ਆਪਣੀ ਤਨਖਾਹ ਮੰਗਦਾ, ਦਿਹਾੜੀ ਮੰਗਦਾ, ਤਾਂ ਉਹਦਾ ਫਰਜ਼ ਬਣਦਾ ਦੇਣਾ। ਇੱਦਾਂ ਹੀ ਸਾਧ ਸੰਗਤ ਜੀ ਹਰੇਕ ਚੀਜ਼ ਕਿਤੇ ਵੀ ਸਾਡਾ ਕੋਈ ਵੀ ਕੰਮ ਆਪਾਂ ਕਰਦੇ ਹਾਂ ਜਾਂ ਕਿਤੇ ਵੀ ਕੋਈ ਸਾਡਾ ਹੱਕ ਬਣਦਾ, ਸਾਨੂੰ ਮਿਲਣਾ ਚਾਹੀਦਾ। ਬੜੇ ਐਸੇ ਧਾਰਮਿਕ ਅਸਥਾਨ ਨੇ ਸਾਧ ਸੰਗਤ ਜੀ ਬਾਹਰ ਆਪਣੇ ਰਾਜ ਤੋਂ ਬਾਹਰ, ਜਿੱਥੇ ਦੂਰ ਕਈ ਕਿਲੋਮੀਟਰ ਤੱਕ ਕਹਿੰਦੇ ਨਸ਼ੇ ਦੀ ਦੁਕਾਨ ਨਹੀਂ ਕੋਈ ਖੋਲ੍ਹ ਸਕਦਾ। ਉਹਨਾਂ ਨੇ ਇਹ ਵੀ ਮੰਗ ਕੀਤੀ ਸੀ ਸਰਕਾਰ ਤੋਂ ਕਿ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਆ ਇਹ ਸਿੱਖਾਂ ਦਾ ਸੱਚਖੰਡ ਆ, ਸਿੱਖਾਂ ਦਾ ਕਿ ਪੂਰੀ ਦੁਨੀਆ ਲਈ ਸੱਚਖੰਡ ਆ, ਅਤੇ ਇਹਦੇ ਤੋਂ ਇੰਨੇ ਕੁ ਕਿਲੋਮੀਟਰ ਦੀ ਦੂਰੀ ਤੱਕ ਕੋਈ ਤੰਬਾਕੂ ਬੀੜੀ ਜਿਹੜਾ ਨਸ਼ਾ ਨਾ ਵੇਚਿਆ ਜਾਵੇ। ਸਾਡੀ ਇਹ ਮੰਗ ਆ, ਇਹ ਵੀ ਨਹੀਂ ਮੰਨੀ ਗਈ ਜੀ। ਇੰਨਾ ਕਿਹਾ ਗਿਆ ਸੀ ਕਿ ਦਰਬਾਰ ਸਾਹਿਬ ਜਿਹੜਾ ਅੰਮ੍ਰਿਤਸਰ ਸਾਹਿਬ ਆ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿਓ, ਸਰਕਾਰ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦੇਵੇ। ਇੱਦਾਂ ਦੀਆਂ ਵੇਖੋ ਕਿੰਨੀਆਂ ਪਿਆਰੀਆਂ ਮੰਗਾਂ ਸੀ, ਪਰ ਨਹੀਂ ਸੀ ਸਰਕਾਰ ਮੰਨਦੀ। ਇੱਥੇ ਬਸ ਨਹੀਂ ਹੈ ਕਿ ਇੰਨੀਆਂ ਕੁ ਗੱਲਾਂ ਕਰਕੇ ਮੋਰਚਾ ਲਾਉਣਾ ਪਿਆ। ਫਿਰ ਹੋਰ ਥਾਂ 'ਤੇ ਸਿੱਖਾਂ ਦੇ ਉੱਪਰ ਤਸ਼ੱਦਦ ਹੁੰਦੇ ਸੀ। ਜਿਵੇਂ ਆ ਕਹਿ ਦਿੰਦੇ ਜੀ ਦਿੱਲੀ ਦੰਗੇ, ਉਹ ਦੰਗੇ ਨਹੀਂ ਸੀ, ਅਸਲ ਦੇ ਵਿੱਚ ਉਹ ਨਸਲ ਕੁਸ਼ੀ ਸੀ ਕਿ ਜਿਹੜੀ ਸਿੱਖਾਂ ਦੀ ਨਸਲ ਆ ਇਹਨੂੰ ਖਤਮ ਕਰ ਦਿੱਤਾ ਜਾਵੇ, ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ, ਇਸ ਨਸਲ ਨੂੰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਾਂ ਕੱਲ੍ਹ ਮੈਂ ਵੀ ਸ਼ਾਇਦ ਬੋਲ ਦਿੱਤਾ ਸੀ ਕਿ ਸਾਕਾ ਨੀਲਾ ਤਾਰਾ, ਕੱਲ੍ਹ ਮੈਂ ਸੁਣ ਰਿਹਾ ਸੀ ਕਹਿੰਦੇ ਇਹਨੂੰ ਸਾਕਾ ਨਹੀਂ ਕਹਿਣਾ ਜਿਹੜਾ ਆ 84 ਵਿੱਚ ਵਰਤੇ ਆ, ਇਹ ਸਾਕਾ ਨਹੀਂ। ਸਾਧ ਸੰਗਤ ਜੀ ਸਾਕਾ ਕਹਿੰਦੇ ਉਹ ਹੁੰਦਾ ਆ ਜਿੱਥੇ ਸਾਹਮਣੇ ਵਾਲਾ ਕੋਈ ਹਥਿਆਰ ਨਹੀਂ ਉਹਦੇ ਕੋਲ ਨੇ ਹੱਥਾ ਆ ਅਤੇ ਉਹਦੇ ਉੱਪਰ ਜ਼ੁਲਮ ਕੀਤਾ ਜਾਵੇ। ਸਾਕਾ ਕਿਹੜਾ ਆ? ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ, ਉਹ ਸਾਕਾ ਆ। ਜਦੋਂ ਸਤਿਗੁਰਾਂ ਦੀ ਸ਼ਹਾਦਤ ਹੋਈ, ਛੋਟੇ ਸਾਹਿਬਜ਼ਾਦੇ ਉਹਨਾਂ ਦੇ ਨਾਲ ਜੋ ਹੋਇਆ ਉਹ ਵੀ ਸਾਕਾ ਸੀ, ਸਾਕਾ ਸਰਹੰਦ ਦਾ। ਇੱਦਾਂ ਦੇ ਕਈ ਸਾਕੇ ਨੇ, ਪਰ ਜਿਹੜਾ ਚਮਕੌਰ ਸਾਹਿਬ ਦੀ ਗੜੀ ਵਿੱਚ ਜੰਗ ਹੋਇਆ ਉਹ ਸਾਕਾ ਨਹੀਂ, ਕਿਉਂਕਿ ਉਹ ਸਾਹਮਣੇ ਵੀ ਗੁਰੂ ਕੇ ਸਿੰਘ ਜਿਹੜੇ ਨੇ ਜੂਝ ਕੇ ਲੜੇ, ਉਹਨੂੰ ਘੱਲੂਘਾਰਾ ਆਪਾਂ ਕਹਿ ਸਕਦੇ। ਇੱਦਾਂ ਹੀ ਕਹਿੰਦੇ ਆ ਜੂਨ 84 ਦਾ ਵੀ ਇਹਨੂੰ ਘੱਲੂਘਾਰਾ ਕਿਹਾ ਜਾ ਸਕਦਾ। ਸਾਕਾ ਕਹਿੰਦੇ ਉਦੋਂ ਹੁੰਦਾ ਜਦੋਂ ਸਾਹਮਣੇ ਵਾਲੇ ਕੋਲ ਹਥਿਆਰ ਨਾ ਹੋਣ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਸਾਧ ਸੰਗਤ ਜੀ ਬੇਸ਼ੱਕ ਸਰਕਾਰਾਂ ਜਦੋਂ ਤੋਂ ਇਹ ਸਿੱਖ ਕੌਮ ਪੈਦਾ ਹੋਈ ਆ ਉਦੋਂ ਤੋਂ ਹੀ ਸਰਕਾਰਾਂ ਜ਼ੁਲਮ ਕਰਦੀ ਆਈ, ਬੜਾ ਇੱਦਾਂ ਦਾ ਜ਼ੋਰ ਲਾਉਂਦੀ ਆਈ ਕਿ ਇਸ ਕੌਮ ਨੂੰ ਖਤਮ ਕਰ ਦਿੱਤਾ ਜਾਵੇ। ਪਰ ਇਹ ਕੌਮ ਜਿਹੜੀ ਅਕਾਲ ਪੁਰਖ ਪਰਮਾਤਮਾ ਨੇ ਆਪ ਸਾਜੀ, ਖਾਲਸਾ ਅਕਾਲ ਪੁਰਖ ਕੀ ਫੌਜ, ਜੇ ਪਰਮਾਤਮਾ ਨਹੀਂ ਖਤਮ ਹੋਣਾ ਤਾਂ ਉਹਦੀ ਫੌਜ ਕਿਵੇਂ ਖਤਮ ਹੋ ਜਾਵੇਗੀ। ਬੜਾ ਜ਼ੋਰ ਲੱਗਾ, ਸਮੇਂ 'ਤੇ ਸਰਕਾਰਾਂ ਨੇ ਜਿਹੜੇ ਸਾਧ ਸੰਗਤ ਜੀ ਜ਼ੁਲਮ ਕਰਕੇ ਵੇਖ ਲਏ ਨੇ, ਪਰ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਸਿੱਖ ਕੌਮ ਅੱਜ ਵੀ ਚੜ੍ਹਦੀ ਕਲਾ ਵਿੱਚ ਆ, ਅਤੇ ਉਵੇਂ ਹੀ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਦੇ ਅਨੁਸਾਰ ਅੱਜ ਵੀ ਲੋਕਾਂ ਦੀ ਮਦਦ ਕਰਦੀ। 3 ਜੂਨ ਨੂੰ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਨ ਸੀ 84 ਦੇ ਵਿੱਚ, 3 ਜੂਨ ਨੂੰ। ਅਤੇ ਬੜੀ ਸਿੱਖ ਸੰਗਤ ਜਿਹੜੀ ਹੈ ਉਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਨਤਮਸਤਕ ਹੋਣ ਵੀ ਆਈ ਸੀ। ਜਦੋਂ ਇਹਨਾਂ ਨੇ ਹਮਲਾ ਕਰ ਦਿੱਤਾ, ਚਾਰੇ ਪਾਸੇ ਫੌਜ ਲਾ ਦਿੱਤੀ, ਕੋਈ ਵੀ ਬਾਹਰ ਨਹੀਂ ਨਿਕਲਣ ਦਿੱਤਾ। ਜਿੰਨੀ ਸੰਗਤ ਅੰਦਰ ਸੀ ਸਾਰਿਆਂ ਨੂੰ ਮਾਰ ਮੁਕਾਇਆ, ਭਾਵੇਂ ਕੋਈ ਬੱਚਾ ਸੀ, ਭਾਵੇਂ ਕੋਈ ਔਰਤ ਸੀ, ਭਾਵੇਂ ਕੋਈ ਬਜ਼ੁਰਗ ਸੀ। ਇੱਥੋਂ ਤੱਕ ਕਹਿੰਦੇ ਨੇ ਸਾਡਾ ਜਿਹੜਾ ਅੰਮ੍ਰਿਤ ਸਰੋਵਰ ਸੀ, ਜਿਹੜਾ ਸਾਡਾ ਅੰਮ੍ਰਿਤ ਸਰੋਵਰ ਸੀ ਉਹ ਵੀ ਉਹਦਾ ਰੰਗ ਲਾਲ ਹੋ ਗਿਆ ਸੀ ਉਸ ਜਲ ਦਾ, ਖੂਨ ਦੇ ਨਾਲ। ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਗਾਂ ਨੂੰ ਵੀ ਗੋਲੀਆਂ ਲੱਗੀਆਂ ਨੇ। ਅਕਾਲ ਤਖਤ ਸਾਹਿਬ ਦੇ ਉੱਪਰ ਟੈਂਕ ਦੇ ਨਾਲ
ਸਾਧ ਸੰਗਤ ਜੀ, ਤੋਪ ਦਾ ਜਿਹੜਾ ਗੋਲਾ ਜਿਹੜਾ ਮਾਰਿਆ ਗਿਆ, ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਬੇਸ਼ੱਕ ਉਦੋਂ ਕਹਿੰਦੇ ਸਨ, ਖਬਰਾਂ ਵਿੱਚ ਦੱਸਿਆ ਜਾਂਦਾ ਸੀ ਜੀ ਅਕਾਲ ਤਖਤ ਸਾਹਿਬ ਠੀਕ ਠਾਕ ਆ, ਕੋਈ ਹਮਲਾ ਨਹੀਂ ਅਜੇ ਹੋਇਆ। ਇਸ ਹਮਲੇ ਨੂੰ ਦਬਾਇਆ ਜਾ ਰਿਹਾ ਸੀ। ਮੀਡੀਆ ਦੇ ਰਾਹੀਂ ਇਹ ਸਾਰੀਆਂ ਖਬਰਾਂ ਜਿਹੜੀਆਂ ਬੰਦ ਕਰ ਦਿੱਤੀਆਂ ਸੀ ਕਿ ਬਾਹਰ ਕੋਈ ਖਬਰ ਨਾ ਪਹੁੰਚੇ। ਇਹ ਤੇ ਹੁਣ ਕੌਮ ਜਾਗੀ, ਕੌਮ ਕੀ ਜਾਗੀ, ਜਾਂ ਇੱਦਾਂ ਕਹਿ ਲਓ ਕਿ ਜਦੋਂ ਕੋਈ ਮਹਾਨ ਸ਼ਹੀਦ ਦੀ ਸ਼ਹਾਦਤ ਹੁੰਦੀ ਹੈ ਤੇ ਉਹਨੂੰ ਦਬਾਇਆ ਨਹੀਂ ਜਾ ਸਕਦਾ, ਕਿਉਂਕਿ ਗੁਰਬਾਣੀ ਦਾ ਫਰਮਾਨ ਆ ਕਿ ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੈ ਲੁਕਾਈ। ਜੇਕਰ ਰਤਨ ਨੂੰ ਕੋਈ ਚਾਹਵੇ ਕਿ ਲੁਕਾਉਣਾ ਆ, ਕਹਿੰਦੇ ਲੁਕਦਾ ਨਹੀਂ ਹੁੰਦਾ। ਤੇ ਸਾਧ ਸੰਗਤ ਜੀ, ਉਹਨਾਂ ਮਹਾਨ 84 ਦੇ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ, ਕਿਉਂਕਿ ਜਦੋਂ ਇਹਨਾਂ ਸ਼ਹੀਦਾਂ ਦਾ ਖੂਨ ਡੁੱਲਦਾ ਆ ਤੇ ਉਦੋਂ ਹੀ ਕੌਮ ਦੀ ਤਸਵੀਰ ਬਦਲਦੀ ਆ, ਤਕਦੀਰ ਬਦਲਦੀ ਹੈ। ਨਹੀਂ ਤੇ ਕੌਮਾਂ ਖਤਮ ਹੋ ਜਾਂਦੀਆਂ, ਮਿਟ ਜਾਂਦੀਆਂ ਉੱਥੇ ਹੀ, ਜਦੋਂ ਸ਼ਹੀਦਾਂ ਨੂੰ ਭੁੱਲ ਜਾਈਏ।